ਹੁਣ ਆਪਾਂ ਵੇਖਦੇ ਹਾਂ ਬੈਸਟ ਟਾਈਮ ਟੂ ਬਾਈ ਐਂਡ ਸੈਲ ਸਟਾਕ 2। ਠੀਕ ਹੈ, ਤੇ ਇਹ ਜਿਹੜਾ ਸਵਾਲ ਹੈ ਇਹਦੇ ਵਿੱਚ ਵੀ ਉਹੀ ਹੈ ਕਿ ਪ੍ਰਾਈਸਿਸ ਦਿੱਤੀ ਹੋਈ ਹੈ, ਹਰ ਇੱਕ ਦਿਨ ਸਟਾਕ ਦੀ ਕੀ ਪ੍ਰਾਈਸ ਹੈ ਉਹ ਪ੍ਰਾਈਸਿਸ ਐਰੇ ਵਿੱਚ ਦਿੱਤਾ ਹੋਇਆ ਹੈ। ਤੇ ਆਪਾਂ ਨੂੰ ਕੰਡੀਸ਼ਨ ਇੱਥੇ ਕੀ ਦਿੱਤੀ ਹੈ, ਯੂ ਕੈਨ ਓਨਲੀ ਹੋਲਡ ਐਟ ਮੋਸਟ one share of the stock at any time। ठीक है, however you can sell and buy the stock multiple times on the same day। मतलब ਆਪਾਂ ਇੱਕ ਹੀ ਸਟਾਕ ਨੂੰ ਬਾਰ-ਬਾਰ ਖਰੀਦ ਤੇ ਵੇਚ ਸਕਦੇ ਹਾਂ ਇੱਕੋ ਦਿਨ। ਠੀਕ ਹੈ, ensuring you never hold more than one share of the stock। ਤੇ ਆਪਾਂ ਨੂੰ ਇੱਕ ਤੋਂ ਵੱਧ ਉਹਦਾ ਸ਼ੇਅਰ ਹੋਲਡ ਨਹੀਂ ਕਰਨਾ, ਪਰ ਆਪਾਂ ਉਹਨੂੰ ਬਾਰ-ਬਾਰ ਵੇਚ ਸਕਦੇ ਹਾਂ ਜਾਂ ਬਾਰ-ਬਾਰ ਖਰੀਦ ਵੀ ਸਕਦੇ ਹਾਂ। ਤੇ ਮਤਲਬ ਖਰੀਦਣ ਔਰ ਵੇਚਣੇ ਤੇ ਕੋਈ ਲਿਮਿਟ ਨਹੀਂ ਹੈ। ਤੇ ਹੁਣ ਆਪਾਂ ਨੂੰ ਕੀ ਕਰਨਾ ਹੈ, ਮੈਕਸਿਮਮ ਪ੍ਰੋਫਿਟ ਕੱਢਣਾ ਹੈ। ਠੀਕ ਹੈ, ਤੇ ਉਹਦੇ ਲਈ ਆਪਾਂ ਨੂੰ ਇਹ ਪ੍ਰਾਈਸਿਸ ਐਰੇ ਦਿੱਤਾ ਹੋਇਆ ਹੈ 7 1 5 3 6 4। ਠੀਕ ਹੈ, ਤੇ ਇਹਦੇ ਵਿੱਚ ਪਹਿਲੇ ਦਿਨ ਸਟਾਕ ਦੀ ਵੈਲਿਊ 7 ਹੈ। ਠੀਕ ਹੈ, ਦੂਜੇ ਦਿਨ ਸਟਾਕ ਦੀ ਵੈਲਿਊ 1 ਹੈ। ਤੇ ਲੈਟਸ ਸੇ ਆਪਾਂ ਪਹਿਲੇ ਦਿਨ 7 ਤੇ ਖਰੀਦ ਲਿਆ, ਫਿਰ ਅੱਗੇ 1 ਆਇਆ ਤੇ ਆਪਾਂ ਉਹਨੂੰ ਵੇਚ ਦਿੱਤਾ ਔਰ 1 ਤੇ ਖਰੀਦ ਲਿਆ ਕਿਉਂਕਿ 1 ਛੋਟਾ ਹੈ। ਠੀਕ ਹੈ, ਹੁਣ 1 ਦੇ ਅੱਗੇ 5 ਆਇਆ ਤੇ 5 ਤੇ ਆਪਾਂ ਉਹਨੂੰ ਵੇਚ ਦਿੱਤਾ ਤੇ ਆਪਾਂ ਨੂੰ ਪ੍ਰੋਫਿਟ ਕਿੰਨਾ ਹੋ ਗਿਆ 4। ਠੀਕ ਹੈ, ਔਰ 5 ਤੇ ਉਹਨੂੰ ਫਿਰ ਆਪਾਂ ਖਰੀਦ ਵੀ ਲਿਆ ਕਿਉਂਕਿ ਹੋ ਸਕਦਾ ਅੱਗੇ ਹੋਰ ਕੋਈ ਵੱਡੀ ਵੈਲਿਊ ਆਏ ਤਾਂ ਆਪਾਂ 5 ਤੇ ਖਰੀਦ ਕੇ ਉਹਨੂੰ ਵੇਚ ਦਾਂਗੇ, ਹੈ ਨਾ, ਤੇ ਪ੍ਰੋਫਿਟ ਹੀ ਮਿਲੇਗਾ। ਪਰ ਹੁਣ ਅੱਗੇ 3 ਆ ਗਿਆ ਤੇ ਫਿਰ ਤੋਂ ਆਪਾਂ 3 ਤੇ ਉਹਨੂੰ ਖਰੀਦ ਲਿਆ ਔਰ ਫਿਰ 3 ਜਿਹੜਾ ਸੀ ਉਹ 5 ਤੋਂ ਛੋਟਾ ਸੀ, ਇਸ ਲਈ ਆਪਾਂ 3 ਤੇ ਖਰੀਦ ਲਿਆ। ਹੁਣ 6 ਆਇਆ। ਠੀਕ ਹੈ, 6 ਤੇ ਵੇਚਿਆ ਤੇ ਆਪਾਂ ਨੂੰ ਪ੍ਰੋਫਿਟ ਹੋਰ ਕਿੰਨਾ ਮਿਲ ਗਿਆ 3, ਔਰ ਹੁਣ ਆਪਾਂ 6 ਤੇ ਖਰੀਦ ਲਿਆ। ਹੁਣ ਅੱਗੇ 4 ਆਇਆ ਤੇ ਆਪਾਂ 4 ਤੇ ਖਰੀਦ ਲਿਆ। ਤੇ ਮਤਲਬ ਆਪਾਂ ਹੁਣ ਹਰ ਦਿਨ ਸ਼ੇਅਰ ਨੂੰ ਖਰੀਦ ਰਹੇ ਹਾਂ। ਠੀਕ ਹੈ, ਔਰ ਜਦੋਂ ਆਪਾਂ ਨੂੰ ਕੁਝ ਪ੍ਰੋਫਿਟ ਮਿਲ ਰਿਹਾ ਹੈ ਤਾਂ ਹੀ ਆਪਾਂ ਉਹ ਮਤਲਬ ਪ੍ਰੋਫਿਟ ਵਿੱਚ ਐਡ ਕਰ ਰਹੇ ਹਾਂ ਵੈਲਿਊ ਨੂੰ, ਮਤਲਬ ਪ੍ਰਾਈਸ ਮਾਈਨਸ ਬਾਏ ਉਦੋਂ ਹੀ ਐਡ ਕਰ ਰਹੇ ਹਾਂ ਜਦੋਂ ਕੁਝ ਉਹ ਪ੍ਰੋਫਿਟ ਮਿਲ ਰਿਹਾ ਹੈ। ਠੀਕ ਹੈ, ਆਪਾਂ ਇੱਕ ਹੋਰ ਐਗਜ਼ਾਮਪਲ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ 1 2 3 4 5 ਦਿੱਤਾ ਹੈ ਤੇ ਆਪਾਂ ਪਹਿਲੇ ਦਿਨ ਖਰੀਦ ਲਿਆ। ਠੀਕ ਹੈ, ਪਹਿਲੇ ਦਿਨ ਖਰੀਦਿਆ, ਦੂਜੇ ਦਿਨ ਵੇਚ ਦਿੱਤਾ ਤੇ ਆਪਾਂ ਨੂੰ ਮਤਲਬ ਹੁਣ ਬਾਏ ਹੋ ਗਿਆ 2 ਔਰ ਪ੍ਰੋਫਿਟ ਹੋ ਗਿਆ 1। ਫਿਰ ਤੀਜੇ ਦਿਨ ਆਪਾਂ ਫਿਰ ਤੋਂ 2 ਵਾਲੇ ਪ੍ਰਾਈਸ ਤੇ ਜਿਹੜਾ ਸੀਗਾ ਉਹਨੂੰ ਵੇਚ ਦਿੱਤਾ ਔਰ 3 ਤੇ ਖਰੀਦ ਲਿਆ, ਤਾਂ ਇਹਦੀ ਵੈਲਿਊ ਕਿੰਨੀ ਹੋ ਜਾਏਗੀ, ਬਾਈ ਦੀ ਵੈਲਿਊ 3 ਔਰ ਪ੍ਰੋਫਿਟ ਫਿਰ ਤੋਂ ਇੱਕ ਮਿਲ ਗਿਆ 1, ਔਰ ਫਿਰ ਇੱਥੇ ਬਾਈ ਦੀ ਵੈਲਿਊ 4 ਔਰ ਇੱਕ ਹੋਰ ਪ੍ਰੋਫਿਟ ਵਿੱਚ ਐਡ ਹੋ ਗਿਆ। ਤੇ ਫਿਰ ਇੱਦਾਂ ਹੀ ਇੱਧਰ 5 ਬਾਈ ਦੀ ਵੈਲਿਊ ਹੋ ਜਾਏਗੀ ਔਰ ਆਪਾਂ 4 ਤੇ ਖਰੀਦਿਆ ਸੀਗਾ, 5 ਤੇ ਵੇਚ ਦਿੱਤਾ ਤੇ ਫਿਰ ਤੋਂ ਇੱਕ ਇੱਥੇ ਐਡ ਹੋ ਜਾਏਗਾ। ਮਤਲਬ ਆਪਾਂ ਜਦੋਂ ਆਪਾਂ ਨੂੰ ਪ੍ਰੋਫਿਟ ਮਿਲ ਰਿਹਾ ਹੈ ਤਾਂ ਆਪਾਂ ਵੇਚਣਾ ਹੈ। ਠੀਕ ਹੈ, ਮਤਲਬ ਜਦੋਂ ਆਪਾਂ ਨੂੰ ਪ੍ਰੋਫਿਟ ਮਿਲ ਰਿਹਾ ਹੈ ਤਾਂ ਆਪਾਂ ਉਹਨੂੰ ਸੈਲ ਕਰ ਰਹੇ ਹਾਂ। ਠੀਕ ਹੈ, ਔਰ ਆਪਾਂ ਬਾਏ ਤੇ ਡੇਲੀ ਹੀ ਕਰ ਰਹੇ ਹਾਂ। ਠੀਕ ਹੈ, ਤੇ ਇਹ ਆਪਾਂ ਹੁਣ ਕੋਡ ਲਿਖਣ ਦੀ ਕੋਸ਼ਿਸ਼ ਕਰਦੇ ਹਾਂ। ਕੋਡ ਨਾਲ ਇਹ ਹੋਰ ਸੌਖਾ ਸਮਝ ਵਿੱਚ ਆ ਜਾਏਗਾ। ਤੇ ਕੋਡ ਵਿੱਚ ਜਿਵੇਂ ਆਪਣੇ ਕੋਲੇ ਮੈਕਸ ਪ੍ਰੋਫਿਟ ਫਾਈਂਡ ਕਰਨਾ ਹੈ ਤੇ ਆਪਾਂ ਮੈਂ ਕਿਹਾ ਸੀਗਾ ਕਿ ਆਪਾਂ ਬਾਏ ਰੋਜ਼ ਕਰ ਰਹੇ ਹਾਂ। ਠੀਕ ਹੈ, ਆਪਾਂ ਬਾਏ ਨੂੰ ਇਨੀਸ਼ੀਅਲਾਈਜ਼ ਜਿੱਦਾਂ ਆਪਾਂ ਪਿਛਲੀ ਵਾਰੀ ਕੀਤਾ ਸੀਗਾ ਤੇ ਇੰਟੀਜਰ ਡਾਟ ਮੈਕਸ ਵੈਲਿਊ ਨਾਲ ਇਹਨੂੰ ਇਨੀਸ਼ੀਅਲਾਈਜ਼ ਕਰ ਲੈਂਦੇ ਹਾਂ ਕਿਉਂਕਿ ਬਾਏ ਹਮੇਸ਼ਾ ਆਪਾਂ ਮਿਨ ਰੱਖਣਾ ਹੈ ਜਾਂ ਮਤਲਬ ਉਹਨੂੰ ਆਪਾਂ ਮਿਨ ਟਾਈਪ ਮੇਨਟੇਨ ਕਰ ਰਹੇ ਹਾਂ ਤੇ ਇਸ ਲਈ ਆਪਾਂ ਮੈਕਸ ਵੈਲਿਊ ਤੋਂ ਇਨੀਸ਼ੀਅਲਾਈਜ਼ ਕਰ ਲਿਆ, ਪ੍ਰੋਫਿਟ ਨੂੰ ਇਨੀਸ਼ੀਅਲਾਈਜ਼ 0 ਤੋਂ ਕੀਤਾ। ਹੁਣ ਆਪਾਂ ਕੀ ਕਰ ਰਹੇ ਹਾਂ, ਫॉर ਲੈਟਸ ਸੇ ਆਪਾਂ ਇੱਥੇ ਵੀ ਅਗਰ ਉਹੀ ਯੂਜ਼ ਕਰਨਾ ਚਾਹੁੰਦੇ ਹਾਂ ਫॉर ਈਚ ਲੂਪ ਜਿਹੜਾ ਸੀਗਾ, ਤਾਂ ਇਹਨੂੰ ਲਿਖਣ ਦਾ ਤਰੀਕਾ ਕੁਝ ਇਸ ਤਰ੍ਹਾਂ ਹੋ ਜਾਏਗਾ ਕਿ ਆਪਾਂ ਪ੍ਰੋਫਿਟ ਵਿੱਚ ਜਦੋਂ ਵੀ ਆਪਾਂ ਨੂੰ ਪ੍ਰੋਫਿਟ ਮਿਲ ਰਿਹਾ ਹੈ ਤਾਂ ਆਪਾਂ ਨੂੰ ਐਡ ਕਰਨਾ ਹੈ। ਤੇ ਜਾਂ ਤੇ ਆਪਾਂ ਨੂੰ ਪ੍ਰੋਫਿਟ ਮਤਲਬ ਅਗਰ ਆਪਣੀ ਬਾਈ ਦੀ ਵੈਲਿਊ ਜ਼ਿਆਦਾ ਹੈ ਪ੍ਰਾਈਸ ਨਾਲੋਂ, ਠੀਕ ਹੈ, ਤਾਂ ਆਪਾਂ ਪ੍ਰੋਫਿਟ 0 ਐਡ ਕਰਾਂਗੇ। ਠੀਕ ਹੈ, ਜਾਂ ਫਿਰ ਜਿਹੜਾ ਆਪਣਾ ਪ੍ਰਾਈਸ ਸੀਗਾ ਉਹ ਜ਼ਿਆਦਾ ਹੈ ਔਰ ਬਾਈ ਦੀ ਵੈਲਿਊ ਘੱਟ ਹੈ, ਮਤਲਬ ਕੁਝ ਪੋਜ਼ਿਟਿਵ ਪ੍ਰੋਫਿਟ ਮਿਲ ਰਿਹਾ ਹੈ ਤਾਂ ਉਹ ਐਡ ਕਰਾਂਗੇ। ਮਤਲਬ ਉਹ ਮੈਕਸਿਮਮ ਆਫ 0 ਜਾਂ ਪ੍ਰਾਈਸ ਮਾਈਨਸ ਬਾਏ, ਜਦੋਂ ਪ੍ਰਾਈਸ ਦੀ ਵੈਲਿਊ ਜ਼ਿਆਦਾ ਹੈ ਬਾਏ ਨਾਲੋਂ ਤੇ ਉਦੋਂ ਉਹਨੂੰ ਐਡ ਕਰਨਾ ਹੈ। ਠੀਕ ਹੈ, ਔਰ ਇੱਧਰ ਹੁਣ ਬਾਏ ਦੀ ਵੈਲਿਊ ਆਪਾਂ ਹਮੇਸ਼ਾ ਹੀ ਐਡ ਕਰ ਰਹੇ ਸੀਗੇ, ਅਪਡੇਟ ਕਰ ਰਹੇ ਸੀਗੇ। ਠੀਕ ਹੈ,
ਤੇ ਬਾਈ ਦੀ ਵੈਲਿਊ ਇੱਦਾਂ ਕਰ ਦਿੱਤੀ ਔਰ ਆਪਾਂ ਇੱਥੇ ਰਿਟਰਨ ਪ੍ਰੋਫਿਟ ਕਰ ਦਿੱਤਾ। ਤੇ ਮੇਰੇ ਖਿਆਲ ਇਹ ਕੋਡ ਸਹੀ ਚੱਲਣਾ ਚਾਹੀਦਾ ਹੈ। ਆਪਾਂ ਚਲਾ ਕੇ ਵੇਖ ਲੈਂਦੇ ਹਾਂ। ਤਾਂ ਇਹ ਸਹੀ ਚੱਲ ਰਿਹਾ, ਸਾਰੇ ਕੇਸਿਸ ਤੇ ਕੰਮ ਕਰ ਰਿਹਾ ਹੈ। ਤੇ ਇਹ ਹੋ ਗਏ ਆਪਣੇ ਲੀਡ ਕੋਡ ਦੇ 2 ਸਵਾਲ ਤੇ ਐਰੇਜ਼ ਵਿੱਚ ਮਿਨ ਮੈਕਸ ਵਗੈਰਾ ਆਪਾਂ ਵੇਖਿਆ ਸੀਗਾ। ਤੇ ਇਹਦੀ ਆਪਾਂ ਤੁਸੀਂ ਸਾਰੇ ਪ੍ਰੈਕਟਿਸ ਕਰੋ, ਠੀਕ ਹੈ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤੇ ਇਹਨੂੰ ਲਾਈਕ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਜਿਹੜੀ ਪ੍ਰੋਬਲਮ ਸੋਲਵਿੰਗ ਸੀਰੀਜ਼ ਚੱਲ ਰਹੀ ਹੈ, ਤੁਸੀਂ ਇਹਦੇ ਵਿੱਚ ਕੋਈ ਹੋਰ ਸਪੈਸੀਫਿਕ ਪ੍ਰੋਬਲਮ ਅਗਰ ਚਾਹੁੰਦੇ ਹੋ ਕਵਰ ਕਰਨਾ ਤਾਂ ਉਹ ਕਮੈਂਟਸ ਵਿੱਚ ਜ਼ਰੂਰ ਸ਼ੇਅਰ ਕਰੋ, ਠੀਕ ਹੈ। ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨੂੰ ਛੇਤੀ ਤੋਂ ਛੇਤੀ ਕਵਰ ਕਰ ਸਕਾਂ। ਹਾਲੇ ਮੈਂ ਇਹ ਸਟਰਕਚਰ ਫੋਲੋ ਕਰ ਰਿਹਾ ਕਿ ਫॉर ਵਾਈਲ ਦੇ ਬਾਅਦ ਹੁਣ ਐਰੇਜ਼ ਸਟਾਰਟ ਕੀਤਾ ਹੈ ਤੇ ਐਰੇਜ਼ ਵਿੱਚ ਆਪਾਂ 3-4 ਦਿਨ ਲਾਵਾਂਗੇ, ਫਿਰ ਸਟ੍ਰਿੰਗਸ ਤੇ ਕੁਝ ਸਵਾਲ ਕਰਾਂਗੇ ਔਰ ਉਸ ਤੋਂ ਬਾਅਦ ਆਪਾਂ ਕੁਝ ਜਿਵੇਂ ਮੈਂ ਪਹਿਲੇ ਕਿਹਾ ਸੀਗਾ ਕਲੈਕਸ਼ਨਸ ਵਗੈਰਾ ਉਹਦੇ ਲਈ ਇੰਟਰਮੀਡੀਏਟ ਪ੍ਰੋਬਲਮ ਸੋਲਵਿੰਗ ਸੀਰੀਜ਼ ਸਟਾਰਟ ਕਰਾਂਗੇ। ਤੁਹਾਡਾ ਇਹ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।